किसी उगे शायर ने सरहद पार वसदे शायर ने लिखिया कि बेहिम्मते ने जो बह के शिकवा करन मुकद्दरां दा, उगण वाले उग पैंदे ने सीना पाड़ के पत्थरां दा। मंजिल दे तख्ते ते लगदी तख्ती उन्हां दी, जो घरों बना के टुरदे नक्शा सफरां दा। सो बहुता चिर ना लाउंदे होए गलबात दा सिलसिला शुरू करांगे। बहुत सारे सवाल ने। सब तो पहला तुहाडा सब दा इस दे विच स्वागत है। डॉक्टर साहब, डॉक्टर गुरप्रीत सिंह जी, मेरे तो सवाल है जिहड़ा कि लोक मनां दे विच ना करोना नूं लैके बहुत सारे सवाल सीगे। बहुत सारे लोग सोचते सीगे कि शायद करोना कोई चीज़ ही नहीं हैगी। कोई लोग सोचते सीगे कि अफवाहां ने, कई बहुत ज़्यादा घबरा चुके सीगे। तुसीं ਉਹ ਲੋਕ ਹੋ ਰੱਬ ਤੋਂ ਬਾਅਦ ਜਿਨ੍ਹਾਂ ਨੂੰ ਦੂਜਾ ਦਰਜਾ ਇਸ ਸਮਾਜ ਦੇ ਅੰਦਰ ਦਿੱਤਾ ਗਿਆ। ਚੁਣੌਤੀਆਂ ਕੀ ਸੀਗੀਆਂ? ਸਭ ਤੋਂ ਸਾਹਮਣੇ ਜਿਹੜੀ ਵੱਡੀ ਸਭ ਤੋਂ ਚੁਣੌਤੀ ਸੀਗੀ ਉਹ ਕੀ ਸੀ, ਤੇ ਘਰੋਂ ਜਦੋਂ ਨਿਕਲਦੇ ਸੀ ਕੀ ਸੋਚ ਲੈ ਕੇ ਨਿਕਲਦੇ ਸੀ? ਦੇਖੋ, ਸਾਨੂੰ ਸਭ ਨੂੰ ਪਤਾ ਹੈ ਕਿ ਅਸੀਂ ਸਾਰੇ ਲੋਕ ਕੋਵਿਡ ਨਾਲ ਜੂਝ ਰਹੇ ਹਾਂ ਫੋਰ ਆਲਮੋਸਟ ਸਾਨੂੰ 1.5 ਸਾਲ ਹੋ ਗਏ ਇਸ ਚੀਜ਼ ਨੂੰ। 2020 ਮਾਰਚ ਵਿੱਚ ਇੰਡੀਆ ਵਿੱਚ ਸਾਡੇ ਕੋਲ ਕੇਸ ਆਉਣੇ ਸ਼ੁਰੂ ਹੋਏ ਸੀ, ਸਪੈਸ਼ਲੀ ਉੱਤਰੀ ਭਾਰਤ ਵਿੱਚ, ਪੰਜਾਬ, ਹਿਮਾਚਲ, ਹਰਿਆਣਾ 'ਚ। ਸਾਊਥ ਇੰਡੀਆ 'ਚ ਉਸ ਤੋਂ ਪਹਿਲਾਂ ਹੀ ਆ ਗਏ ਸੀ। ਸੋ ਇਹ ਉਹ ਟਾਈਮ ਸੀ ਜਦੋਂ, ਜਿਸ ਤਰ੍ਹਾਂ ਤੁਸੀਂ ਦੱਸਿਆ, ਕਿ ਲੋਕਾਂ ਨੂੰ ਵਿਸ਼ਵਾਸ ਨਹੀਂ ਸੀ ਕਿ ਇਹ ਕੋਈ ਇਹੋ ਜਿਹੀ ਮਹਾਂਮਾਰੀ ਹੈਗੀ ਹੈ ਜਿਹਦੇ 'ਚ ਇੰਨਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਐਂਡ ਅਸੀਂ ਪਿਛਲੇ 1.5 ਸਾਲ ਦੇ ਵਿੱਚ ਦੇਖਿਆ ਕਿ ਕਿਸ ਤਰ੍ਹਾਂ ਇਹਦੇ ਜਿਸ ਤਰ੍ਹਾਂ ਇਹ ਬਿਮਾਰੀ ਆਈ, ਕਿਸ ਤਰ੍ਹਾਂ ਡਰ ਵਧਿਆ, ਕਿਸ ਤਰ੍ਹਾਂ ਜਿਹੜਾ ਇਲਾਜ ਕਰਨਾ ਕਿੰਨਾ ਔਖਾ ਸੀ। ਹਜੇ ਦਵਾਈਆਂ ਦਾ ਪਤਾ ਨਹੀਂ ਸੀ ਕਿਹੜੀਆਂ ਦਵਾਈਆਂ ਇਹਦੇ 'ਚ ਕੰਮ ਆਉਣਗੀਆਂ, ਕਿਹੜੀਆਂ ਨਹੀਂ ਆਉਣਗੀਆਂ। ਸਾਨੂੰ ਸਾਰਾ ਆਪਣਾ ਪੀਪੀ ਪਾਣੀ ਪੈਂਦੀ ਸੀ ਸਿਰ ਤੋਂ ਲੈ ਕੇ ਪੈਰਾਂ ਤੱਕ। ਸਾਡੇ ਕੋਲ ਮਰੀਜ਼ ਇਹੋ ਜਿਹੇ ਬਿਮਾਰ ਵੀ ਆਏ ਜਿਨ੍ਹਾਂ ਨੂੰ ਵੈਂਟੀਲੇਟਰ ਦੀ ਲੋੜ ਪਈ। ਉਹਨਾਂ ਨੂੰ ਟਿਊਬ ਪਾ ਕੇ ਸਾਹ ਦੀ ਨਲੀ ਦੇ ਵਿੱਚ ਵੈਂਟੀਲੇਟਰ 'ਤੇ ਰੱਖਣਾ, ਉਹਨਾਂ ਦਾ ਇਲਾਜ ਕਰਨਾ, ਬਹੁਤ ਹੀ ਇਹ ਚੁਣੌਤੀ ਭਰਿਆ ਟਾਈਮ ਸੀ। ਸਾਰੀ ਫੈਮਿਲੀ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਬਿਮਾਰੀ ਬਾਰੇ ਆਗਾਹ ਕਰਨਾ, ਫਿਰ ਉਹਨਾਂ ਨੂੰ ਪ੍ਰੀਕਾਸ਼ਨਸ ਦੱਸਣੀਆਂ, ਉਹਨਾਂ ਨੂੰ ਮਿਲਣਾ ਵੀ ਆਪਣੇ ਰਿਸ਼ਤੇਦਾਰਾਂ ਨੂੰ ਬੜਾ ਔਖਾ ਕੰਮ ਸੀ। ਦੂਰੋਂ ਹੀ ਦੇਖਣਾ ਜਾਂ ਉਹਨਾਂ ਨੂੰ ਹਾਲਾਤ ਦੱਸਣੇ ਕੀ ਹੋ ਰਿਹਾ ਉਹਨਾਂ ਦੇ ਪਰਿਵਾਰ ਵਿੱਚ। ਅਸੀਂ ਦੇਖਿਆ ਇੱਕ ਫੈਮਿਲੀ 'ਚ ਵੀ 2-2, 3-3 ਡੈਥਸ ਹੋ ਗਈਆਂ। ਘਰ ਦੇ ਜਿਹੜੇ ਮੇਨ ਜੀ ਸੀ, ਅਸੀਂ ਦੇਖਿਆ ਵੱਡਾ ਫਾਦਰ ਦੀ ਵੀ ਡੈਥ ਹੋਈ, ਬੇਟੇ ਦੀ ਵੀ ਡੈਥ ਹੋਈ। ਸੋ ਇਹ ਬਹੁਤ ਹੀ ਟਾਈਮ ਬਹੁਤ ਹੀ ਚੁਣੌਤੀ ਭਰਿਆ ਰਿਹਾ, ਫਸਟ ਵੇਵ ਵਿੱਚ ਵੀ ਅਤੇ ਸੈਕਿੰਡ ਵੇਵ ਵਿੱਚ ਵੀ। ਸੈਕਿੰਡ ਵੇਵ 2021 'ਚ ਤਾਂ ਅਸੀਂ ਇਹੋ ਜਿਹਾ ਦੇਖਿਆ ਕਿ ਇਹ ਇੱਕ ਵਾਕਈ ਪੂਰੀ ਹਨੇਰੀ ਵਾਂਗ ਆਈ ਔਰ ਬਹੁਤ ਕੁਛ ਨੁਕਸਾਨ ਕਰਕੇ ਲੈ ਗਈ। ਸੋ ਬਹੁਤ ਇੰਪੋਰਟੈਂਟ ਹੈ ਇਸ ਬਿਮਾਰੀ ਬਾਰੇ ਬੇਸਿਕ ਜਾਣਕਾਰੀ ਰੱਖਣੀ, ਇਸ ਤੋਂ ਬਚਾਅ ਦਾ ਇਹ ਨਾ ਹੀ ਹੋਵੇ। ਹੁਣ ਸਾਡੇ ਕੋਲ ਵੈਕਸੀਨੇਸ਼ਨਸ ਹੈਗੀਆਂ, ਤਰ੍ਹਾਂ ਤਰ੍ਹਾਂ ਦੀਆਂ ਗਾਈਡੈਂਸ ਆਈ ਹੋਈ ਹੈ WHO ਤੋਂ, ICMR ਤੋਂ, ਇੰਡੀਅਨ ਗੌਰਮੈਂਟ ਵੱਲੋਂ। ਪੰਜਾਬ ਗੌਰਮੈਂਟ ਨੇ ਬਹੁਤ ਇਹਦੇ 'ਚ ਸਹਾਇਤਾ ਕੀਤੀ ਹੈ ਅਤੇ ਕਾਫੀ ਕੁਛ ਅਸੀਂ ਹੁਣ ਇਸ ਬਿਮਾਰੀ 'ਤੇ ਠੱਲ ਪਾਉਣ ਵਿੱਚ ਕਾਮਯਾਬ ਹੋਏ ਹਾਂ। ਪਰ ਬਹੁਤ ਜ਼ਰੂਰੀ ਹੈ ਆਮ ਲੋਕਾਂ ਨੂੰ, ਪਬਲਿਕ ਨੂੰ ਇਸ ਬਾਰੇ ਪਤਾ ਹੋਣਾ, ਤਾਂ ਕਿ ਅਸੀਂ ਇਸ ਬਿਮਾਰੀ ਨੂੰ ਪੂਰੀ ਤਰ੍ਹਾਂ ਰੋਕ ਪਾਈਏ। ਬਿਲਕੁਲ, ਆਪਾਂ ਡਾਕਟਰ ਸਾਹਿਬ ਚਰਚਾ ਇਸੇ ਤਰੀਕੇ ਨਾਲ ਕਰਦੇ ਰਹਾਂਗੇ। ਡਾਕਟਰ ਪਰਮਵੀਰ ਹੋਰਾਂ ਤੋਂ ਸਵਾਲ ਹੈ ਕਿ ਅੱਜ ਵੀ ਕਈ ਲੋਕ ਇਸ ਤਰੀਕੇ ਨਾਲ ਸੋਚਦੇ ਆ ਕਿ ਬੜੀ ਨਾਮੁਰਾਦ ਬਿਮਾਰੀ ਹੈ। ਵੈਕਸੀਨ ਨੂੰ ਲੈ ਕੇ ਵੀ ਕਈ ਲੋਕਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਹੈ। ਇੱਕ ਤਾਂ ਇਹ ਗੱਲ। ਦੂਸਰੀ ਗੱਲ ਇਹ ਕਿ ਲੋਕਾਂ ਦਾ, ਸਮਾਜ ਦਾ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਿਸ ਤਰੀਕੇ ਦਾ ਰਿਹਾ ਇਸ 2 ਵੇਵਸ ਦੇ ਅੰਦਰ? ਵੈਸੇ ਸ਼ੁਰੂ 'ਚ ਤਾਂ ਕਨਵਿੰਸ ਕਰਨਾ ਹੀ ਸਭ ਤੋਂ ਇੰਪੋਰਟੈਂਟ ਗੱਲ ਸੀਗੀ। ਹਰ ਇੱਕ ਨੂੰ ਕਨਵਿੰਸ ਕਰਨਾ ਕਿ ਵੀ ਇਹ ਇੱਕ ਬੜੀ ਮਹਾਂਮਾਰੀ ਹੈਗੀ ਹੈ ਔਰ ਇਹ ਕਾਫੀ ਬੜੀ ਬਿਮਾਰੀ ਹੈਗੀ ਆ। ਸ਼ੁਰੂ 'ਚ ਤਾਂ ਆਪਾਂ TV 'ਚ ਹੀ ਦੇਖਦੇ ਹੁੰਦੇ ਸੀ। ਫਿਰ ਜਦ ਸਾਡੇ ਕੋਲ ਕੇਸ ਆਉਣ ਲੱਗੇ, ਫਿਰ ਆਪਾਂ ਨੇ ਦੇਖਿਆ ਕਿ ਵੀ ਉਹਨੂੰ ਕਿਵੇਂ ਟੈਕਲ ਕਰਨਾ, ਸਾਰਾ ਕੁਛ ਉਹਦਾ ਮੈਡੀਸਿਨਸ ਦੇ ਬਾਰੇ ਪਤਾ ਕਰਨਾ ਕਿ ਕਿਹੜੀ ਕਾਰਗਰ ਹੋਏਗੀ। ਹਰ ਇੱਕ ਮੈਡੀਸਿਨਸ ਦਾ ਆਪਾਂ ਇੱਕ ਤਰ੍ਹਾਂ ਦਾ ਟਰਾਇਲ ਹੀ ਹੁੰਦਾ ਸੀ ਕਿ ਆਹ ਮੈਡੀਸਿਨ ਕੰਮ ਕਰੇਗੀ ਜਾਂ ਉਹ ਦੂਸਰੀ ਕਰੇਗੀ। ਇੰਜੈਕਸ਼ਨਸ ਵੀ ਆਉਣ ਲੱਗ ਗਏ ਕਿ ਰੈਮਡੇਸਿਵੀਰ ਆ, ਇਹ ਇੰਜੈਕਸ਼ਨ ਲੱਗੇਗਾ, ਸਟੀਰੋਇਡਸ ਦੇਣਾ, ਇਸ ਤਰ੍ਹਾਂ ਦਾ ਮੈਡੀਸਿਨਸ ਦੇ ਬਾਰੇ ਆਪਾਂ ਹੌਲੀ ਹੌਲੀ ਸਾਨੂੰ ਜਾਣਕਾਰੀ ਹੋਣ ਲੱਗੀ ਕਿ ਵੀ ਇਹ ਕਿਸ ਤਰ੍ਹਾਂ ਦਾ ਦੇਣਾ ਹੈਗਾ ਔਰ ਕਿਸ ਤਰ੍ਹਾਂ ਇਹ ਹੈਲਪਫੁਲ ਹੈਗਾ। ਅਤੇ ਹੌਲੀ ਹੌਲੀ ਫਿਰ ਜਿਵੇਂ ਜਿਵੇਂ ਆਪਾਂ ਨੂੰ ਇਹ ਲੱਗਿਆ ਕਿ ਵੀ ਅੱਗੇ ਇਹਨੂੰ ਕੰਟਰੋਲ ਕਰਨ ਵਾਸਤੇ ਇੱਕ ਤੋਂ ਸਭ ਤੋਂ ਵਧੀਆ ਇੰਪੋਰਟੈਂਟ ਚੀਜ਼ ਹੈਗਾ ਕਿ ਉਹ ਹੈ ਵੈਕਸੀਨੇਸ਼ਨ। ਅਗਰ ਵੈਕਸੀਨੇਸ਼ਨ ਆ ਜਾਂਦੀ ਹੈ, ਵੈਕਸੀਨ ਮਿਲ ਜਾਂਦਾ ਹੈਗਾ ਸਾਰਿਆਂ ਨੂੰ, ਅਤੇ ਉਹ ਕਾਫੀ ਹੱਦ ਤੱਕ ਇਮਿਊਨਿਟੀ ਜਿਹੜੀ ਹੈਗੀ ਆ ਲੋਕਾਂ ਦੀ ਵਧਾਏਗੀ ਔਰ ਸਪਰੈਡ ਨੂੰ ਰੋਕੇਗੀ। ਅਤੇ ਵੈਕਸੀਨ ਜੋ ਹੈ, ਅਗਰ
ਕਾਫੀ ਮਾਸ ਵਿੱਚ ਸਾਰਿਆਂ ਨੂੰ ਅਗਰ ਵੈਕਸੀਨੇਸ਼ਨ ਹੋ ਜਾਂਦਾ ਹੈਗਾ ਮੈਕਸਿਮਮ ਲੋਕਾਂ ਨੂੰ, ਤੇ ਉਹਦੇ ਨਾਲ ਸਪਰੈਡ ਜਿਹੜਾ ਹੈਗਾ ਉਹ ਸਲੋ ਹੋ ਸਕਦਾ ਹੈਗਾ। ਜਿਹੜੇ ਵੇਵਸ ਆ ਰਹੇ ਨੇ, ਫਰਸਟ ਵੇਵ, ਸੈਕੰਡ ਵੇਵ, ਉਹ ਜਿਹੜੇ ਹੈਗੇ ਆ ਉਹ ਆਉਣੇ ਘੱਟ ਜਾਣਗੇ। ਔਰ ਆਪਣੇ ਗੌਰਮੈਂਟ ਵੱਲੋਂ ਵੀ ਕਾਫੀ ਕੋਸ਼ਿਸ਼ ਹੋ ਰਹੀ ਹੈ ਕਿ ਵੀ ਮੈਕਸਿਮਮ ਪੀਪਲ ਜਿਹੜੇ ਅਵੇਅਰ ਹੋਣ ਇਸ ਚੀਜ਼ ਨੂੰ ਲੈ ਕੇ। ਔਰ ਜਗ੍ਹਾ ਜਗ੍ਹਾ ਹੋਰਡਿੰਗਸ ਲੱਗੀ ਹੁੰਦੀ ਹੈ, ਟੀਵੀ ਦੇ ਰਾਹੀਂ, ਬਾਏ ਮੀਡੀਆ ਜਾਂ ਹੋਰ ਨਿਊਜ਼ਪੇਪਰ ਦੇ ਰਾਹੀਂ ਗੌਰਮੈਂਟ ਇਨਫੋਰਮ ਕਰਨਾ ਚਾਹੁੰਦੀ ਹੈ ਕਿ ਵੀ ਇਹ ਕਾਫੀ ਬੜੀ ਮਹਾਮਾਰੀ ਹੈਗੀ ਆ ਅਤੇ ਇਹਨੂੰ ਕਿਵੇਂ ਆਪਾਂ ਇਹ ਤੋਂ ਬਚਣਾ ਹੈਗਾ, ਔਰ ਵੈਕਸੀਨੇਸ਼ਨ ਕਿੰਨੀ ਇੰਪੋਰਟੈਂਟ ਹੈਗੀ ਹੈ। ਅਤੇ ਆਈ ਥਿੰਕ ਕਿ ਵੈਕਸੀਨੇਸ਼ਨ ਅਗਰ ਸਾਰਿਆਂ ਨੂੰ ਹੋ ਜਾਏ, ਮੈਕਸਿਮਮ ਪੀਪਲ ਨੂੰ ਹੋ ਜਾਏ, ਤਾਂ ਕਾਫੀ ਆਪਾਂ ਨੂੰ ਸਹਿਯੋਗ ਮਿਲੇਗਾ ਇਸ ਚੀਜ਼ 'ਚ। ਜੀ ਜਦੋਂ ਦਵਾ ਦਿੱਤੀ ਜਾ ਰਹੀ ਸੀ ਸ਼ੁਰੂਆਤੀ ਪੱਧਰ ਦੇ ਉੱਤੇ, ਜਦੋਂ ਇਸ ਤਰੀਕੇ ਦਾ ਮਾਹੌਲ ਸੀਗਾ ਕਿ ਹਲੇ ਤੱਕ ਦਵਾ ਜਿਹੜੀ ਆ ਉਹ ਇਜਾਦ ਨਹੀਂ ਸੀ ਹੋਈ ਤੇ ਆਪਣੇ ਤਰੀਕੇ ਦੇ ਆਹੜ ਪਹਾੜ ਵਰਤੇ ਜਾ ਰਹੇ ਸੀਗੇ ਤੇ ਵੈਂਟੀਲੇਟਰ ਸੀਗਾ ਤੇ ਵੈਂਟੀਲੇਟਰ ਤੋਂ ਵੀ ਅੱਗੇ ਦੀ ਇੱਕ ਸਥਿਤੀ ਸੀਗੀ। ਤੇ ਸਾਡੇ ਨਾਲ ਡਾਕਟਰ ਮਨਪ੍ਰੀਤ ਸਲੂਜਾ ਤੇ ਡਾਕਟਰ ਅਨੁਪਮ ਸ਼੍ਰੀਵਾਸਤਵ ਨੇ। ਮੇਰਾ ਇੱਕ ਸਾਂਝਾ ਸਵਾਲ ਤੁਹਾਡੇ ਦੋਵਾਂ ਤੋਂ, ਕਰਮਵਾਰ ਤੁਸੀਂ ਜ਼ਰੂਰ ਇਹਦਾ ਜਵਾਬ ਦੇਣਾ, ਕਿ ਜਿਹੜੀ ਐਕਮੋ ਜਿਹੜੀ ਟੈਕਨੋਲੋਜੀ ਆ ਇਹਨੇ ਕਿਸ ਤਰੀਕੇ ਦੇ ਨਾਲ ਲੋਕਾਂ ਨਾਲ ਕੰਮ ਕੀਤਾ ਤੇ ਇਹ ਵੈਂਟੀਲੇਟਰ ਤੋਂ ਕਿਵੇਂ ਵੱਖ ਆ? ਐਕਮੋ ਜਿਹੜੀ ਹੈ ਉਹ ਆਪਾਂ ਕਹਿੰਦੇ ਐਕਸਟਰਾ ਕਾਰਪੋਰੀਅਲ ਮੈਂਬਰੇਨ ਆਕਸੀਜਨੇਟਰ। ਇਹਦਾ ਮਤਲਬ ਹੈ ਇਹ ਇੱਕ ਆਰਟੀਫਿਸ਼ੀਅਲ ਹਾਰਟ ਤੇ ਆਰਟੀਫਿਸ਼ੀਅਲ ਲੰਗ ਦਾ ਕੰਮ ਕਰਦੀ ਹੈ। ਦਿਸ ਮਸ਼ੀਨ ਅਸੀਂ ਕੀ ਕਰਦੇ ਹਾਂ, ਪੇਸ਼ੈਂਟ ਦੇ ਬਲੱਡ ਨੂੰ ਕੱਢ ਕੇ, ਪੇਸ਼ੈਂਟ ਪਾਈਪਾਂ ਰਾਹੀਂ ਪੇਸ਼ੈਂਟ ਦੇ ਬਲੱਡ ਨੂੰ ਕੱਢ ਕੇ ਮਸ਼ੀਨ 'ਚ ਪਾਉਂਦੇ ਹਾਂ। ਆਕਸੀਜਨ ਜਿਹੜੇ ਪੇਸ਼ੈਂਟ ਵੈਂਟੀਲੇਟਰ 'ਤੇ ਆਕਸੀਜਨ ਮੇਨਟੇਨ ਨਹੀਂ ਕਰ ਪਾਉਂਦੇ, ਅਸੀਂ ਉਹਨੂੰ ਆਕਸੀਜਨ ਇਸ ਮਸ਼ੀਨ ਰਾਹੀਂ ਬਲੱਡ 'ਤੇ ਆਕਸੀਜਨ ਪਾ ਕੇ ਤੇ ਬਲੱਡ ਨੂੰ ਵਾਪਸ ਸਰੀਰ ਦੇ ਵਿੱਚ ਪਾਉਂਦੇ ਹਾਂ। ਸੋ ਦਿਸ ਵਰਕਸ ਐਜ਼ ਅ ਆਰਟੀਫਿਸ਼ੀਅਲ ਹਾਰਟ ਐਂਡ ਆਰਟੀਫਿਸ਼ੀਅਲ ਲੰਗ। ਆਰਟੀਫਿਸ਼ੀਅਲ ਲੰਗ ਜਿਵੇਂ ਕਿ ਪੇਸ਼ੈਂਟ ਦੀ ਆਕਸੀਜਨ ਸੈਚੂਰੇਸ਼ਨ ਵੈਂਟੀਲੇਟਰ 'ਤੇ 70% ਰਹਿ ਗਈ, ਉਹ ਮੇਨਟੇਨ ਨਹੀਂ ਕਰ ਪਾ ਰਿਹਾ, ਤੇ ਅਸੀਂ 100% ਆਕਸੀਜਨ ਬਲੱਡ ਦੇ ਥਰੂ ਦੇ ਕੇ ਉਹਨੂੰ ਬਲੱਡ ਨੂੰ ਵਾਪਸ ਪੇਸ਼ੈਂਟ ਦੇ ਵਿੱਚ ਸਰਕੂਲੇਟ ਕਰਦੇ ਹਾਂ। ਤੇ ਇਹਦੇ ਵਿੱਚ ਪੇਸ਼ੈਂਟ ਨੂੰ ਬੇਹੋਸ਼ ਕਰਨਾ ਪੈਂਦਾ ਸ਼ੁਰੂ 'ਚ, ਤੇ ਬਾਅਦ 'ਚ ਅਸੀਂ ਹੋਸ਼ ਹੌਲੀ ਹੌਲੀ ਲਿਆਉਂਦੇ ਹਾਂ। ਬਟ ਇਟ ਟੇਕਸ ਟਾਈਮ। ਹੌਲੀ ਹੌਲੀ ਇਹ ਕੀ ਕਰਦੀ, ਲੰਗਸ ਨੂੰ ਰੈਸਟ ਦਿੰਦੀ ਹੈ। ਲੰਗਸ ਦਾ ਜਿਹੜਾ ਕੰਮ ਹੈ ਮਸ਼ੀਨ ਕਰਦੀ ਹੈ, ਤੇ ਬਾਕੀ ਰੈਸਟ ਦੇ ਕੇ ਤੇ ਮਸ਼ੀਨ 'ਤੇ ਆਪਾਂ ਉਹਨੂੰ ਬਲੱਡ 'ਚ ਆਕਸੀਜਨ ਪਾ ਕੇ ਦੈਨ ਵੀ ਪੇਸ਼ੈਂਟ ਨੂੰ ਮੇਨਟੇਨ ਕਰਦੇ ਹਾਂ। ਡਾਕਟਰ ਸ਼੍ਰੀਵਾਸਤਵ, ये एक्चुअली बेसिकली वेंटिलेटर के आगे की सपोर्टिंग थेरेपी है। ये डेफिनेट ट्रीटमेंट नहीं है, लेकिन ये सपोर्ट करती है जब ऑक्सीजन का लेवल बहुत घट जाता है। उस सिचुएशन में ब्लड को बॉडी से ड्रेन करते हैं और वो पाइपों के थ्रू ड्रेन करते हैं। नाड़ियों में पाइप डालते हैं, उसके थ्रू ब्लड को ड्रेन करते हैं, और वो ड्रेन करके एक स्पेशल सेंट्रीफ्यूगल पंप होता है जिससे वापस पंप को बॉडी को पंप करते हैं, और वो एक पाइप के थ्रू वो ब्लड हार्ट को वापस लौटाया जाता है ऑक्सीजनेट करके। तो ये एक सपोर्टिंग थेरेपी है। इसका एडवांटेज ये है कि जब आप ये थेरेपी करते हो तो लंग्स को आप रेस्ट दे सकते हो। वेंटिलेटर पे जो वेंटिलेटर से जो इंजरी लंग्स को हो रही होती है उससे बचा सकते हो आप, एक तो रेस्ट मिल जाता है। दूसरा, ये टाइम बाइंग मशीन है कि भाई आप बॉडी को सपोर्ट कर रहे हो तो हो सकता है बॉडी नेचुरल वे में रिकवर कर जाए। और तीसरा ये होता है कि कई बार इस मशीन का उपयोग इसलिए करते हैं कि कभी कभी पेशेंट्स को लंग ट्रांसप्लांट के लिए हमें रेफ़र करना होता है। हमने किए हैं पेशेंट लंग ट्रांसप्लांट के लिए रेफ़र, और विद गॉड्स ग्रेस वो सक्सेसफुल भी रहे, और उनका लंग ट्रांसप्लांट होने के बाद पेशेंट वापस भी लौटे हैं। पंजाब में या नॉर्थ ऑफ इंडिया में अनफॉर्चुनेटली ट्रांसप्लांट फैसिलिटीज़ अवेलेबल नहीं है, तो हमको सारे पेशेंट साउथ को रेफ़र करने पड़े हैं। एंड ये मैं प्रार्थना करूँगा इस मंच से कि ये फैसिलिटीज़ पंजाब में लाने के लिए सरकार कुछ एक्टिव कदम ले, कुछ ठोस कदम इस बारे में ले कि ये फैसिलिटीज़ यहाँ भी हो सकें, तो ये कॉस्ट भी कम हो सके और पेशेंट्स को एक फ़ायदा मिल सके कि लोकल रीजनल लेवल पे उनके अपने घर में वो चीज़ अवेलेबल है। ਡਾਕਟਰ ਸਾਹਿਬ, ਮੈਂ ਇਹ ਜ਼ਰੂਰ ਜਾਣਨਾ ਚਾਹਾਂਗਾ ਕਿ ਹਰੇਕ ਬੰਦੇ ਦੀ ਇੱਕ ਪਰਸਨਲ ਲਾਈਫ ਹੁੰਦੀ ਹੈ, ਠੀਕ ਆ, ਕਿ ਕੁਝ ਪੇਸ਼ੇ ਜ਼ਿੰਦਗੀ ਦੇ ਵਿੱਚ ਇਦਾਂ ਦੇ ਹੁੰਦੇ ਆ ਕਿ ਉਹ ਲੋਕਾਂ ਦੀ ਸੇਵਾ ਦੇ ਲਈ, ਲੋਕਾਂ ਦੀ ਭਲਾਈ ਦੇ ਲਈ ਹੁੰਦੇ ਆ। ਪੁੰਨ ਨਾਲੇ ਫਲੀਆਂ ਦੋਏ ਕੰਮ ਹੁੰਦੀਆਂ ਨੇ। ਜਦੋਂ ਘਰੋਂ ਜਾਣਾ ਹੁੰਦਾ ਸੀਗਾ, ਉਹ ਵੀ ਉਸ ਸਮੇਂ ਜਦੋਂ ਇੱਕ ਬਹੁਤ ਜ਼ਿਆਦਾ ਖੌਫ ਸੀਗਾ, ਸਿਰਫ ਇੱਕੋ ਹੀ ਚੀਜ਼ ਦਿਖਦੀ ਸੀਗੀ ਕਿ ਬਸ ਜਿਹਨੂੰ ਕਰੋਨਾ ਹੋਇਆ ਤੇ ਉਹ ਮੌਤ ਹੈ। ਤੇ ਪਰਿਵਾਰਾਂ ਦਾ ਸਪੋਰਟ ਕਿਹੋ ਜਿਹਾ ਸੀਗਾ ਤੁਹਾਡੇ ਨਾਲ? ਬਹੁਤ ਇੰਪੋਰਟੈਂਟ ਕੁਐਸਚਨ ਤੁਸੀਂ ਪੁੱਛਿਆ ਹੈ। ਅਗਰ ਅਸੀਂ ਯਾਦ ਕਰੀਏ ਪਿਛਲੇ ਸਾਲ ਨੂੰ 2020 ਜਦੋਂ ਇਹ ਚੀਜ਼ਾਂ ਸ਼ੁਰੂ ਹੋਈਆਂ, ਤਾਂ ਵਾਕਈ ਇਹ ਬਹੁਤ ਡਿਫਿਕਲਟ ਟਾਈਮ ਸੀ। ਅਸੀਂ ਆਪਣੇ ਘਰੋਂ ਤੁਰਦੇ ਸੀ, ਸਕਰਬ ਸੂਟ ਸਵਾਏ ਸੀ, ਜਿਵੇਂ ਕੁੜਤਾ ਪਜਾਮਾ ਹੁੰਦਾ ਉਸ ਤਰ੍ਹਾਂ ਦਾ। ਆਪਣੇ ਕੱਪੜੇ ਹੀ ਅਸੀਂ ਪੂਰਾ ਸਾਲ ਛੋੜ ਦਿੱਤੇ ਆਪਣੇ। ਸੋ ਉਹ ਪਾ ਕੇ ਆਪਾਂ ਜਾਈਦਾ ਸੀ। ਪੂਰਾ ਕਰਫਿਊ ਲੱਗੇ ਹੁੰਦੇ ਸੀ ਰਸਤੇ 'ਚ। ਪੁਲਿਸ ਵਾਲਿਆਂ ਦਾ ਬੜਾ ਸਹਿਯੋਗ ਮਿਲਿਆ ਕਿ ਇਹ ਕਰੋਨਾ ਲਈ ਟ੍ਰੀਟਮੈਂਟ ਕਰਨ ਵਾਲੇ ਡਾਕਟਰਸ ਹੈਗੇ ਆ। ਹੌਸਪੀਟਲ ਵਾਲਿਆਂ ਦਾ ਬੜਾ ਸਹਿਯੋਗ ਮਿਲਿਆ, ਐਡਮਿਨਿਸਟ੍ਰੇਸ਼ਨ ਦਾ ਬੜਾ ਸਹਿਯੋਗ ਮਿਲਿਆ।
ਅਸੀਂ ਜਿਵੇਂ ਲੁਧਿਆਣੇ SPS ਹਸਪਤਾਲ 'ਚ ਹੈਗੇ ਹਾਂ ਤਾਂ ਪੂਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, DC, CP ਸਾਹਿਬ, ਇਹਨਾਂ ਦਾ ਬੜਾ ਸਹਿਯੋਗ ਮਿਲਿਆ, ਹਸਪੀਟਲ ਦਾ ਬੜਾ ਸਹਿਯੋਗ ਮਿਲਿਆ। ਏਰੀਆ ਸਾਨੂੰ ਅਲੱਗ ਕਰਨੇ ਪਏ ਕੋਵਿਡ ਦੇ ਲਈ, ਉਹਦੇ ਲਈ ਹਸਪੀਟਲ ਵਾਲਿਆਂ ਨੇ ਇੱਕ ਪੂਰਾ ਫਲੋਰ ਸਾਡਾ ਕੋਵਿਡ ਵਾਰਡ ਲਈ ਤਬਦੀਲ ਇਹ ਵੀ ਕੀਤਾ। ਇੱਕ ਜੰਗ ਵਰਗੀ ਸਥਿਤੀ ਸੀਗੀ। ਜਦੋਂ ਦੋ ਮੁਲਕਾਂ ਦੇ ਵਿੱਚ ਜੰਗ ਲੱਗਦੀ ਹੈ, ਜਦੋਂ ਫੌਜੀ ਘਰੋਂ ਤੁਰਦਾ ਤਾਂ ਉਹਦਾ ਪਰਿਵਾਰ ਕਿਤੇ ਘਬਰਾ ਜਾਂਦਾ ਹੈ, ਕਿਤੇ ਧੁੜਕੂ ਵੀ ਮਨ ਦੇ ਵਿੱਚ ਆਉਂਦਾ। ਕਦੇ ਅਜਿਹੀ ਸਥਿਤੀ ਵੀ ਆਉਂਦੀ ਸੀ? ਸਥਿਤੀ ਆਉਂਦੀ ਹੈ, ਪਰ ਬੱਚਿਆਂ ਨੇ, ਫੈਮਿਲੀ ਨੇ, ਵਾਈਫ ਨੇ, ਪੇਰੈਂਟਸ ਨੇ ਇਹ 'ਚ ਬੜਾ ਸਹਿਯੋਗ ਦਿੱਤਾ। ਪੂਰਾ ਦਿਨ ਕੰਮ ਕਰਕੇ ਆਈਦਾ ਸੀ ਤਾਂ ਘਰ ਆਉਂਦਿਆਂ ਸਾਰ ਆਪਣੇ ਆਪ ਨੂੰ ਆਈਸੋਲੇਟ ਰੱਖਣਾ, ਬਾਥ ਲੈਣਾ, ਨਹਾਉਣਾ ਆਉਂਦਿਆਂ ਹੀ, ਤਾਂ ਜਾ ਕੇ ਬੱਚਿਆਂ ਨੂੰ ਮਿਲਣਾ ਜਾਂ ਫੈਮਿਲੀ ਨੂੰ ਮਿਲਣਾ। ਸੋ ਇਹ ਚੀਜ਼ਾਂ ਬੜੀਆਂ ਇੰਪੋਰਟੈਂਟ ਸੀ। ਪਰ ਇਸ ਤਰ੍ਹਾਂ ਲੱਗਦਾ ਕਿ ਸਾਰੇ ਮਰੀਜ਼ ਸਾਡੇ ਆਪਣੇ ਹੀ ਸੀ, ਸਾਡੇ ਆਪਣੇ ਹੀ ਰਿਸ਼ਤੇਦਾਰ, ਆਂਢੀ ਗੁਆਂਢੀ ਸਾਰੇ। ਮਤਲਬ ਅਸੀਂ ਆਪਣੇ ਆਪ ਨੂੰ ਉਹਨਾਂ ਤੋਂ ਅਲੱਗ ਨਹੀਂ ਕਰ ਸਕਦੇ। ਜਿਵੇਂ ਫੌਜੀ ਹੈਗੇ ਆ, ਉਹ ਦੇਸ਼ ਲਈ ਲੜਦੇ ਆ, ਉਹ ਨਹੀਂ ਸਮਝਦੇ ਕਿ ਅਸੀਂ ਆਪਣੇ ਲਈ ਕਰ ਰਹੇ ਹਾਂ। ਇਸੇ ਤਰ੍ਹਾਂ ਹੀ ਡਾਕਟਰੀ ਪੇਸ਼ਾ ਇੱਕ ਇਹੋ ਜਿਹਾ ਪੇਸ਼ਾ ਹੈ ਕਿ ਜਿਹਦੇ ਵਿੱਚ ਅਸੀਂ ਹਰ ਬੰਦੇ ਨੂੰ, ਹਰ ਮਰੀਜ਼ ਜਿਹੜਾ ਸਾਡੇ ਕੋਲ ਆਇਆ, ਅਸੀਂ ਉਹਨੂੰ ਆਪਣਾ ਹੀ ਸਮਝਿਆ ਔਰ ਜੋ ਬੈਸਟ ਹੋ ਸਕਿਆ ਉਹ ਕੀਤਾ। ਇਹਦੇ 'ਚ ਬੜੀ ਇੰਪੋਰਟੈਂਟ ਚੀਜ਼ ਹੈ ਬਿਮਾਰੀ ਦੀ ਕੈਟੇਗਰਾਈਜੇਸ਼ਨ ਹੈ, ਮਾਈਲਡ, ਮੋਡਰੇਟ, ਸੀਵੀਅਰ, ਕ੍ਰਿਟੀਕਲੀ ਸਿਕ। ਠੀਕ ਹੈ, ਇਹ ਬੜਾ ਇੰਪੋਰਟੈਂਟ ਹੈ ਕਿ ਅਰਲੀ ਡਾਇਗਨੋਸਿਸ, ਅਗਰ ਆਪਾਂ ਜਲਦੀ ਇਸ ਬਿਮਾਰੀ ਨੂੰ ਡਾਇਗਨੋਸ ਕਰ ਲੈਂਦੇ ਹਾਂ ਤਾਂ ਬਹੁਤ ਹੱਦ ਤੱਕ ਇਸ ਬਿਮਾਰੀ ਤੇ ਅਸੀਂ ਕੰਟਰੋਲ ਕਰ ਲੈਂਦੇ ਹਾਂ। ਮੈਂ ਚਰਚਾ 'ਚ ਪਰਮਵੀਰ ਹੋਰਾਂ ਨੂੰ ਜੋੜਦਾ ਹੋਇਆ ਇਹੀ ਸਵਾਲ ਨੂੰ ਅੱਗੇ ਵਧਾਉਣਾ। ਬਹੁਤ ਜਗ੍ਹਾ ਇਦਾਂ ਦੇ ਕੇਸਿਸ ਹੈ ਡਾਕਟਰ ਸਾਹਿਬ ਕਿ ਇੱਕ ਜਗ੍ਹਾ ਉਹਨਾਂ ਨੇ ਕਰਵਾਇਆ ਤਾਂ ਪੋਜ਼ਿਟਿਵ ਆਇਆ, ਦੂਸਰੀ ਜਗ੍ਹਾ ਨੈਗੇਟਿਵ ਆਇਆ, ਫਿਰ ਕਿਹਾ ਗਿਆ ਕਿ ਪੋਜ਼ਿਟਿਵ ਆਇਆ। ਇਦਾਂ ਦੀਆਂ ਸਿਚੁਏਸ਼ਨਸ ਕਿਉਂ ਹੋਈਆਂ? ਉਹਦੇ ਪਿੱਛੇ ਕੀ ਘਾਟ ਨਜ਼ਰ ਆਉਂਦੀ ਸੀਗੀ ਜਾਂ ਕੀ ਸੀਗਾ ਉਹ ਗੱਲ? ਬੇਸਿਕਲੀ ਜਾਂ ਤਾਂ ਸੈਂਪਲ ਲੈਣ ਦੇ ਟੈਕਨੀਕ 'ਚ ਹੋ ਜਾਂਦਾ ਹੈਗਾ ਸਮਟਾਈਮਸ, ਔਰ ਸਮਟਾਈਮਸ ਕੀ ਹੁੰਦਾ ਕਿ ਵਾਇਰਲ ਲੋਡਸ ਤੁਹਾਡੀ ਵੀ ਜਾਣਕਾਰੀ ਦੇ ਵਿੱਚ ਇਦਾਂ ਦੇ ਕੇਸਿਸ ਆਏ ਹੋਣਗੇ? ਹੁੰਦੇ ਸੀ, ਲੇਕਿਨ ਉਹ 'ਚ ਵਾਇਰਲ ਲੋਡ ਦਾ ਡਿਪੈਂਡ ਕਰਦਾ ਜਾਂ ਟੈਕਨੀਕ ਜੇ ਆਪਾਂ ਜੇ ਸਹੀ ਤਰ੍ਹਾਂ ਸਵਾਬ ਨੂੰ ਸਹੀ ਜਗ੍ਹਾ 'ਚ ਆਪਾਂ ਹਿੱਟ ਨਹੀਂ ਕਰਦੇ ਹੈਗੇ, ਉਹ ਨੈਗੇਟਿਵ ਆ ਜਾਏਗਾ ਰਿਪੋਰਟ। ਤੇ ਇਸ ਕਰਕੇ ਸਵਾਬ ਨੂੰ ਸਹੀ ਜਗ੍ਹਾ ਥੋੜੀ ਦੇਰ ਵਾਸਤੇ ਉਹਨੂੰ ਟਵਿਸਟ ਕਰਨਾ ਹੈਗਾ, ਫਿਰ ਉਹਨੂੰ ਆਪਣੇ ਕੰਟੇਨਰ 'ਚ ਪਾ ਕੇ ਰੱਖਣਾ। ਇਹ ਜਿਹੜਾ ਸਟੈਪਸ ਹੈਗੇ ਨੇ ਇਹ ਚੰਗੀ ਤਰ੍ਹਾਂ ਹੋਣੇ ਚਾਹੀਦੇ ਹੈਗੇ। ਤੇ ਉਹ 'ਚ ਫਿਰ ਜੇ ਆਪਾਂ ਚੰਗੀ ਤਰ੍ਹਾਂ ਸੈਂਪਲ ਲਵਾਂਗੇ ਤਾਂ ਪੋਜ਼ਿਟਿਵ ਆਏਗਾ। ਦੂਸਰਾ ਹੈ ਕਿ ਅਗਰ ਵਾਇਰਲ ਲੋਡ ਜੇ ਘੱਟ ਹੈਗਾ ਤਾਂ ਉਹ ਸੈਂਪਲ ਨੈਗੇਟਿਵ ਆ ਜਾਏਗਾ। ਤੇ ਇਸ ਕਰਕੇ ਇਸ ਤਰ੍ਹਾਂ ਸੇ ਪੋਜ਼ਿਟਿਵ ਨੈਗੇਟਿਵਸ ਆਉਂਦੇ ਹੁੰਦੇ ਸੀਗੇ। ਬਹੁਤ ਸਾਰੀ ਚੀਜ਼ਾਂ ਇਦਾਂ ਦੀਆਂ ਵੀ ਸਾਹਮਣੇ ਆਉਂਦੀਆਂ ਸੀਗੀਆਂ ਜਿਹੜੀਆਂ ਰੇਟ ਲਿਸਟ ਨੂੰ ਲੈ ਕੇ ਗੱਲਾਂ ਤੈਅ ਸੀਗੀਆਂ ਗਵਰਨਮੈਂਟ ਦੇ ਵੱਲੋਂ, ਹਸਪੀਟਲ ਦੇ ਵੱਲੋਂ, ਪਰ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਸੀਗਾ ਕਿ ਨਿੱਜੀ ਹਸਪੀਟਲ ਜਾ ਕੇ ਤਾਂ ਸਿਰਫ ਲੁੱਟ ਹੀ ਹੁੰਦੀ ਆ। ਨਹੀਂ ਜੀ, ਸਾਡੇ ਕੋਲ ਸਾਰੇ ਜੋ ਸੀਗਾ ਇੱਕਦਮ ਕੈਪਿੰਗ ਸੀਗੀ, ਜੋ ਗਵਰਨਮੈਂਟ ਵੱਲੋਂ ਡਾਇਰੈਕਸ਼ਨ ਸੀ, ਜੋ ਗਾਈਡਲਾਈਨ ਸੀਗੀ ਗਵਰਨਮੈਂਟਸ ਦੀਆਂ, ਜਿੰਨਾ ਆਪਾਂ ਨੂੰ ਰੇਟ ਗਵਰਨਮੈਂਟ ਵੱਲੋਂ ਆਇਆ ਸੀ ਆਪਾਂ ਉਹੀ ਲਗਾਇਆ। ਕੋਈ ਇਸ ਤਰ੍ਹਾਂ ਦਾ ਨਹੀਂ ਸੀ। ਹੋਰ ਆਈ ਥਿੰਕ ਪ੍ਰਾਈਵੇਟ ਹਸਪੀਟਲ ਸਾਰੀ ਜਗ੍ਹਾ ਇੱਦਾਂ ਹੀ ਹੋਇਆ ਹੈਗਾ। ਅਗਰ ਇੱਕ ਦੋ ਜਗ੍ਹਾ ਹੋਇਆ ਹੋਊਗਾ ਤਾਂ ਪਤਾ ਨਹੀਂ ਉਹਦਾ। ਸਾਰੇ ਇੱਕ ਬਹੁਤ ਬੁਰੇ ਵਕਤ ਤੋਂ ਆਈ ਥਿੰਕ ਗੁਜ਼ਰੇ ਹੈਗੇ ਆ। ਬੀਇੰਗ ਅ ਡਾਕਟਰ ਆਈ ਵੁੱਡ ਸੇ, ਮਤਲਬ ਇੱਕ ਪੇਸ਼ੈਂਟ ਨੂੰ ਇੱਕ ਸਾਲ ਹੀ ਤਰਸਦੇ ਦੇਖਣਾ, ਇਸ ਤੋਂ ਵੱਡਾ ਆਈ ਥਿੰਕ ਇਮੋਸ਼ਨਲ ਟਰਾਮਾ ਅਸੀਂ ਕਦੀ ਵੀ ਆਪਣੀ ਲਾਈਫ ਵਿੱਚ ਨਹੀਂ ਦੇਖਿਆ। ਐਕਚੁਅਲੀ ਜਦੋਂ ਤੁਸੀਂ ਸਵੇਰੇ ਸ਼ਾਮੀ ਦਿਨ ਰਾਤੀ ਪੇਸ਼ੈਂਟ ਦੇਖਦੇ ਹੋ ਨਾ, ਮਤਲਬ ਤੁਹਾਨੂੰ ਵੀ ਪੇਸ਼ੈਂਟ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਹੋ ਜਾਂਦੀ ਹੈ। ਆਈ ਵੁੱਡ ਸੇ ਪਰਸਨਲੀ ਮੀਨਸ ਬੀਇੰਗ ਅ ਡਾਕਟਰ ਅਸੀਂ ਲੋਕ ਇੰਨੇ ਇਮੋਸ਼ਨਲ ਟਰਾਮਾ ਤੋਂ ਗੁਜ਼ਰੇ ਕਿ ਰਾਤ ਨੂੰ ਮੇਰੇ ਖਿਆਲ ਕਈ ਵਾਰੀ ਸਾਨੂੰ ਨੀਂਦ ਵੀ ਨਹੀਂ ਆਉਂਦੀ ਸੀਗੀ। ਉਹੀ ਜੋ ਪੇਸ਼ੈਂਟ ਜੋ ਸਾਹ ਲੈਣ ਨੂੰ ਤਰਸ ਰਹੇ ਸੀਗੇ, ਉਹ ਸਾਰੀ ਚੀਜ਼ਾਂ ਸਾਡੇ ਦਿਮਾਗ ਦੇ ਵਿੱਚੋਂ ਗੁਜ਼ਰਦੀ ਸੀਗੀ ਰਾਤੀ। ਸੇ anxiety also was very common among doctors during this pandemic. ਪਰਿਵਾਰ ਵਾਲਿਆਂ ਦਾ ਤਾਂ obviously ਕਾਫੀ ਸਪੋਰਟ I would say ਕਿ ਰਿਹਾ। ਮੀਨਸ ਇੱਕ ਪਾਸੇ ਤੇ ਆਪਣਾ ਮਨ ਡਰਦਾ ਹੈ ਕਿ ਕਿਸੇ ਘਰ ਨੂੰ, ਕਿਸੇ ਪਰਿਵਾਰ ਨੂੰ, ਕਿਸੇ ਰਿਸ਼ਤੇਦਾਰ ਨੂੰ ਇਹ ਬਿਮਾਰੀ ਨਾ ਹੋ ਜਾਵੇ। ਦੂਜੇ ਪਾਸੇ ਜਾ ਕੇ ਸਾਰਾ ਆਪਣਾ ਫੁੱਲ ਡੈਡੀਕੇਸ਼ਨ ਪੇਸ਼ੈਂਟਸ ਨੂੰ ਦੇਣਾ, ਕਾਫੀ ਬੁਰਾ ਵਕਤ ਰਿਹਾ ਅਸੀਂ ਸਭ ਲਈ। ਮਨਪ੍ਰੀਤ ਜੀ, ਸਵਾਲ ਤੁਹਾਡੇ ਤੋਂ ਹੈ। ਤੁਸੀਂ ਲੋਕਾਂ ਨੂੰ ਬਚਾ ਰਹੇ ਸੀ ਤੇ ਲੋਕ ਜਿਹੜੇ ਇਸ ਬਿਮਾਰੀ ਨਾਲ ਲੜ ਰਹੇ ਸੀ ਤੇ ਪੱਤਰਕਾਰ ਇਸ ਚੀਜ਼ ਨੂੰ ਦਿਖਾ ਰਹੇ ਸੀਗੇ। ਦੋਵੇਂ ਨੇ ਇੱਕ ਦੂਸਰੇ ਦੇ ਬਹੁਤ ਨੇੜਿਓਂ ਦੇਖਿਆ। ਪੱਤਰਕਾਰਾਂ ਨੇ ਵੀ ਬਹੁਤ ਇਸ ਚੀਜ਼ ਨੂੰ ਦਿਖਾਉਂਦੇ ਆਪਣੀ ਜਾਨ ਗਵਾਈ, ਤੇ ਜਿਹੜੇ ਡਾਕਟਰ ਸੀਗੇ, ਜਿਹੜੇ ਫਰੰਟ ਲਾਈਨ ਕਰੋਨਾ ਵਾਰੀਅਰ ਸੀਗੇ, ਉਹਨਾਂ ਨੇ ਵੀ ਬਹੁਤਿਆਂ ਨੇ ਆਪਣੀ ਜ਼ਿੰਦਗੀ ਤੋਂ ਹੱਥ ਧੋਏ, ਜੇ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਗੱਲ ਕਰਾਂ।
ਸਾਡਾ ਜਿਹੜਾ ਮੁਲਕ ਹੈ ਬਹੁਤ ਭਾਸ਼ਾਈ ਬਹੁਤ ਸੱਭਿਆਚਾਰਕ ਮੁਲਕ ਹੈ ਜਿੱਥੇ ਤਰ੍ਹਾਂ ਤਰ੍ਹਾਂ ਦੀ ਦੁਨੀਆ ਵਸਦੀ ਹੈ, ਪਰ ਸਾਡੇ ਕੰਟਰੀ ਦੇ ਵਿੱਚ ਇੱਕ ਗੱਲ ਹੈਗੀ ਹੈ ਕਿ ਕਹਿੰਦੇ ਆ ਕਿ ਟੁੱਟੀਆਂ ਬਾਹਾਂ ਗਲ ਨੂੰ ਆਉਂਦੀਆਂ ਨੇ। ਕੋਈ ਵੀ ਆਪਦਾ ਹੋਵੇ ਕੁਛ ਹੋਵੇ ਸਾਡੇ ਲੋਕ ਇਕੱਠੇ ਹੋ ਜਾਂਦੇ, ਸਮਾਜ ਇਕੱਠਾ ਹੋ ਜਾਂਦਾ। ਤੁਸੀਂ ਵੇਖਿਆ ਕਿ ਲੋਕਾਂ ਦੇ ਆਚਰਣ ਦੇ ਵਿੱਚ, ਵਿਹਾਰ ਦੇ ਵਿੱਚ ਇਸ ਪੈਂਡੈਮਿਕ ਤੋਂ ਬਾਅਦ ਕੋਈ ਬਦਲਾਅ ਆਇਆ ਹੋਵੇ? ਇਹਦਾ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਸਾਡੇ ਕੋਲ ਇੱਕ ਪੇਸ਼ੈਂਟ ਸੀਗਾ 21 ਸਾਲ ਦਾ ਬੰਦਾ, ਹੀ ਵਾਸ ਫਰੋਮ ਜਲੰਧਰ, ਤੇ ਮੈਨੂੰ ਫੋਨ ਆਇਆ ਕਿ ਜੀ ਸਾਡਾ ਪੇਸ਼ੈਂਟ ਹੈਗਾ ਵੈਂਟੀਲੇਟਰ ਤੇ ਹੈ ਤੇ ਉਹਨੂੰ ਹਾਲੇ ਸਾਹ ਨਹੀਂ ਆ ਰਿਹਾ, 70% ਸੈਚੂਰੇਸ਼ਨ ਆ ਰਹੀ ਹੈ ਤੇ ਉਹਨੂੰ ਲੋੜ ਹੈਗੀ ਹੈ ਐਕਮੋ ਮਸ਼ੀਨ ਦੀ। ਐਕਮੋ ਮਸ਼ੀਨ ਸਾਡੀ ਸਾਰੀ ਬਿਜ਼ੀ ਸੀਗੀਆਂ ਤੇ ਦੇ ਕਾਲਡ ਮੀ ਅਪ। ਮੈਂ ਗੱਲ ਕੀਤੀ ਆਪਣੇ ਮੈਨੇਜਮੈਂਟ ਨਾਲ ਕਿ ਸਾਡੇ ਕੋਲ ਐਕਮੋ ਮਸ਼ੀਨ ਨਹੀਂ ਹੈਗੀ ਜੀ, ਅਸੀਂ ਹੈਲਪ ਕਰ ਸਕਦੇ ਹਾਂ। ਤੇ ਅਸੀਂ ਪਤਾ ਕੀਤਾ ਤੇ ਸਾਨੂੰ ਇੱਕ ਸੈਕਿੰਡ ਹੈਂਡ ਐਕਮੋ ਮਸ਼ੀਨ ਮਿਲੀ। ਵੀ ਜਸਟ ਕਾਲਡ ਕਿ ਬਈ ਮਸ਼ੀਨ ਕਿੱਥੇ ਮਿਲੀ ਹੈਗੀ ਹੈ, ਤੇ ਉਹਦੇ ਵਾਸਤੇ ਸਾਡੇ ਉਹਨਾਂ ਨੇ ਸਪੋਰਟ ਕੀਤਾ। ਕੰਪਨੀ ਸੀ ਫਲਿੱਪਕਾਰਟ, ਤੇ ਉਹਨਾਂ ਨੇ ਕਿਹਾ ਨਹੀਂ ਅਸੀਂ ਪੂਰੇ ਕਰ ਦਾਂਗੇ, ਬਟ ਸਾਡੇ ਮੈਨੇਜਮੈਂਟ ਨੇ ਕਿਹਾ ਨਹੀਂ ਅਸੀਂ ਕਰਾਂਗੇ ਆਪਣੇ ਵੱਲੋਂ, ਤੇ ਸਪੋਰਟਡ ਅਸ। वी कैन सपोर्ट देम, बट ज़रूरी ये है कि पत्रकार लोग उस चीज़ को, उस अवेयरनेस को स्प्रेड करेंगे, सोशल मीडिया से स्प्रेड होगा। गवर्नमेंट अपनी तरफ से कर रही है, फ्री वैक्सीनेशन एंड अदर ड्राइव्स आर गोइंग ऑन, लेकिन लोगों में एक हेजिटेशन है कि लोगों में एक र्यूमर्स तरह तरह के हैं। उन र्यूमर्स को हटाना बहुत ज़रूरी है कि इसको लगवाने से उसको पैरालिसिस हो गया, उसको ये हो गया। देखिए, हर दवाई के कुछ कॉम्प्लिकेशन हो सकते हैं, वैक्सीनेशन के भी हो सकता हूँ, लेकिन वो बहुत ज़्यादा रेयर हैं। जितना उनके बारे में फैलाया गया है उतना ज़्यादा कॉमन कॉम्प्लिकेशन नहीं है। वो डर मन से निकालिए, आगे आइए और वैक्सीनेशन करवाइए, ये मेरी रिक्वेस्ट। काफ़ी लोग अवेयर भी होया ते इस नु सीरियस तौर पे अवेयरनेस काफ़ी आई है सर, लेकिन जो परसेंटेज है वैक्सीनेशन का वो 7 पॉइंट समथिंग है। ऑफिशियल लेवल ਦੇ ਉੱਤੇ, ਐਕੈਡੈਮਿਕ ਲੈਵਲ ਦੇ ਉੱਤੇ ਇੰਟਰਨੈਸ਼ਨਲ ਟਰੈਵਲ ਜ਼ਿਕਰ ਕਰਨਾ, ਇਹ ਤਾਂ ਹੁਣ ਜ਼ਰੂਰੀ ਕਰ ਦਿੱਤਾ ਕਿ ਮੈਂਡੇਟਰੀ ਹੈ ਕਿ ਤੁਸੀਂ ਵੈਕਸੀਨੇਟਡ ਹੋਣੇ ਚਾਹੀਦੇ ਹੋ। ਮੈਂ ਡਾਕਟਰ ਚੰਚਲ ਹੋਰਾਂ ਕੋਲੇ ਆਉਣਾ ਚਾਹੂੰਗਾ। ਸਾਡੀ ਲੋਕਾਂ ਦੀ, ਖਾਸ ਕਰਕੇ ਉੱਤਰੀ ਭਾਰਤ ਦੇ ਲੋਕਾਂ ਦੀ ਗੱਲ ਕਰੀਏ, ਇੱਕ ਫਿਤਰਤ ਹੈ, ਇੱਕ ਨੇਚਰ ਹੈ ਕਿ ਉਹ ਬਹੁਤਾ ਸਮਾਂ ਖੁਸ਼ ਮਿਜ਼ਾਜੀ ਦੇ ਵਿੱਚ ਬਿਤਾਉਂਦੇ ਆ। ਬਹੁਤ ਸਾਰੀਆਂ ਇਦਾਂ ਦੀਆਂ ਵੀਡੀਓਜ਼ ਆਈਆਂ ਸੀਗੀਆਂ ਫਸਟ ਵੇਵ ਦੇ ਵਿੱਚ ਕਿ ਜਿੱਥੇ ਲੋਕ ਕੁਰਲਾ ਰਹੇ ਸੀ, ਰੋ ਪਿੱਟ ਰਹੇ ਸੀ, ਤੇ ਕੁਝ ਲੋਕ ਹਸਪਤਾਲਾਂ ਦੇ ਵਿੱਚ ਭੰਗੜੇ ਪਾਉਂਦੇ ਵੀ ਦੇਖੇ। ਉਹ ਮਤਲਬ ਉਸ ਚੀਜ਼ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਉਹ ਜਿਹੜੇ ਲੋਕ ਹਲੇ ਇਸ ਜਾਲ ਦੇ ਵਿੱਚ ਜਿਨ੍ਹਾਂ ਨੇ ਆਉਣਾ ਸੀ, ਕਿਉਂ ਕਿਹਾ ਜਾ ਰਿਹਾ ਸੀਗਾ ਇੱਕ ਵਾਰ ਤਾਂ ਸਭ ਨੂੰ ਹੋਣਾ, ਉਹਨਾਂ ਦੇ ਲਈ ਉਹ ਕਿੰਨੀ ਕੁ ਊਰਜਾਤਮਕ ਸੀਗੀ? ਪਹਿਲੀ ਵੇਵ ਜਦੋਂ ਆਈ ਉਹ ਸਭ ਦੇ ਲਈ ਫਸਟ ਐਕਸਪੀਰੀਅੰਸ ਸੀਗਾ। ਮਤਲਬ ਸਾਰੇ ਲੋਕ ਆਪਣੇ ਘਰ ਦੇ ਵਿੱਚ ਬਣ ਕੇ ਤੁਹਾਨੂੰ ਬੈਠਣਾ ਪਏਗਾ, ਬੱਚੇ ਸਕੂਲ ਨਹੀਂ ਜਾ ਸਕਦੇ, 24 ਘੰਟੇ ਘਰ ਹੀ ਰਹਿਣਾ ਹੈ। ਤੇ ਸਭ ਤੋਂ ਪਹਿਲਾਂ ਤਾਂ ਲੋਕਾਂ ਨੂੰ ਇਹੀ ਸੀਗਾ ਕਿ ਮਤਲਬ ਸਾਨੂੰ ਘਰ ਬਣ ਕੇ ਬੈਠਣਾ ਪੈ ਰਿਹਾ ਹੈ। ਪਤਾ ਨਹੀਂ ਐਕਚੁਅਲ ਮੀਨਸ ਮਰੀਜ਼ ਜਦੋਂ OPD ਵਿੱਚ ਵੀ ਆਉਂਦੇ ਹੈ, ਕਈ ਲੋਕਾਂ ਦੇ ਮਨ ਵਿੱਚ ਇਹੀ ਸਵਾਲ ਹੁੰਦਾ ਸੀਗਾ ਕਿ ਕੋਵਿਡ ਹੈਗਾ ਵੀ ਜਾਂ ਸਿਰਫ ਮੀਡੀਆ ਦਾ ਫੈਲਾਇਆ ਹੋਇਆ ਜਾਲ ਹੈਗਾ। ਤੇ ਇਹ ਕੁਐਸਚਨ ਵੀ ਬਾਰ-ਬਾਰ ਰਿਪੀਟੇਡਲੀ ਕਹਿੰਦੇ ਸੀਗੇ, ਤੇ ਅਸੀਂ ਲੋਕ ਇਹੀ ਸਮਝਾਉਂਦੇ ਸੀਗੇ ਨਹੀਂ ਜੀ ਤੁਸੀਂ ਸਾਰੀ ਪ੍ਰੀਕਾਸ਼ਨਸ ਲੈਣੀ ਹੈ, ਅਸੀਂ ਬਹੁਤ ਸੀਰੀਅਸ ਪੇਸ਼ੈਂਟਸ ਦੇਖ ਰਹੇ, ਇਹ ਸੀਰੀਅਸ ਪ੍ਰੋਬਲਮ ਹੈਗੀ ਹੈ, ਇਹਨੂੰ ਲਾਈਟਲੀ ਬਿਲਕੁਲ ਨਾ ਲਓ। ਜਦੋਂ ਵੀ ਘਰ ਵਾਲਿਆਂ ਨਾਲ ਕਿਸੇ ਨਾਲ ਗੱਲ ਹੁੰਦੀ ਹੈ, ਮੰਮੀ ਪਾਪਾ ਨਾਲ, ਉਹਨਾਂ ਨੂੰ ਹਮੇਸ਼ਾ ਹੀ ਕਿਹਾ ਜਾਂਦਾ ਸੀਗਾ ਕਿ ਮਾਸਕ ਪਾ ਕੇ ਰੱਖਣਾ, ਕਿਧਰੇ ਨਹੀਂ ਜਾਣਾ, ਘਰੇ ਹੀ ਰਹਿਣਾ, ਤੇ ਉਹ ਸਭ ਸੀਗਾ। ਉਹੀ ਹੈ ਮਤਲਬ ਅਵੇਅਰਨੈਸ ਵਾਲੀ ਗੱਲ ਹੈ। ਜੋ ਲੋਕ ਅਵੇਅਰ ਨਹੀਂ ਸੀਗੇ ਮੀਨਸ ਉਹਨਾਂ ਦੇ ਲਈ ਉਹ ਪ੍ਰੋਬਲਮ ਐਗਜ਼ਿਸਟ ਨਹੀਂ ਕਰਦੀ। ਜਦੋਂ ਤੁਸੀਂ ਉਸ ਪ੍ਰੋਬਲਮ ਨੂੰ ਦੇਖ ਲੈਂਦੇ ਹੋ ਤਾਂ ਫਿਰ ਤੁਸੀਂ ਬਹੁਤ ਡਰ ਜਾਂਦੇ ਹੋ। ਕੋਈ ਵੀ ਚੀਜ਼ ਹੈ ਸਮੇਂ ਦੇ ਨਾਲ ਉਹਦੀ ਤਸੀਰ ਘਟਦੀ ਹੈ। ਇਹ 1.5-2 ਸਾਲ ਦੇ ਵਿੱਚ ਇਹਦਾ ਪ੍ਰਕੋਪ ਕੁਝ ਮੱਠਾ ਪਿਆ ਕਿ ਹੁਣ ਕੁਝ ਕਿਸੇ ਤਰੀਕੇ ਨਾਲ? ਇਟਸ ਨਾਟ ਲਾਈਕ ਦੈਟ ਐਕਚੁਅਲੀ। ਜੋ ਸੈਕੰਡ ਵੇਵ ਸੀਗੀ ਨਾ, ਉਹ ਫਸਟ ਵੇਵ ਤੋਂ ਕਿਧਰੇ ਜ਼ਿਆਦਾ ਖਤਰਨਾਕ ਤੇ ਕਿਧਰੇ ਜ਼ਿਆਦਾ ਇਨਫੈਕਟਿਵ ਸੀਗੀ। ਸਾਡੇ ਕੋਲ ਜੋ ਪੇਸ਼ੈਂਟ ਐਡਮਿਟ ਹੋਏ ਹੈ ICU ਵਿੱਚ, ਵਾਰਡਸ ਵਿੱਚ, ਉਹ ਵੀ ਬਹੁਤ ਜ਼ਿਆਦਾ ਸਿਕ ਕੰਡੀਸ਼ਨ ਵਿੱਚ ਐਡਮਿਟ ਹੋਏ ਹੈ in comparison to first wave. Like young patients second wave में ज़्यादा affect हुए हैं in comparison to first wave. So थोड़ा सा virus का जो properties है ना, that also changed in second wave. So अब next wave में हो सकता है वो थोड़ा सा different रूप लेगा। वायरसेस का ऐसा ही होता है, वो थोड़ा सा अपना जो फॉर्म होता है वो चेंज करते रहते हैं। पर्सनल एक्सपीरियंस की कह रहे हैं सोसाइटी आफ्टर ਕਰੋਨਾ, ਬਿਫੋਰ ਕਰੋਨਾ ਕੀ ਚੇਂਜਸ ਆਏ ਤੇ ਕੀ ਹੋਣਾ ਚਾਹੀਦਾ ਸੀ? ਹਾਂਜੀ, ਇਹ ਗੱਲ ਫ੍ਰੀਕੁਐਂਟਲੀ ਅਮੰਗ ਕਲੀਗਸ ਵੀ ਹੁੰਦੀ ਰਹਿੰਦੀ ਹੈ ਕਿ ਜਦੋਂ ਕੋਵਿਡ ਆਇਆ, ਜਦੋਂ ਆਪਾਂ ਘਰੇ ਸੀਗੇ, ਕੋਈ ਰਿਕੁਆਇਰਮੈਂਟ ਨਹੀਂ ਸੀਗੀ, ਬਾਹਰ ਨਹੀਂ ਗਏ, ਕੋਈ ਖਰਚਾ ਨਹੀਂ ਕੀਤਾ, ਤੇ ਬੇਸਿਕਲੀ ਯੂ ਕਮ ਟੂ ਦੈਟ ਕਨਕਲੂਜਨ ਕਿ ਇੱਕ ਲਾਈਫ ਲਈ ਕੀ ਨੈਸੈਸਰੀ ਹੈ, ਕੀ ਚਾਹੀਦਾ ਆਪਾਂ ਨੂੰ। ਆਪਾਂ ਨੂੰ ਖਾਣਾ ਮਿਲ ਰਿਹਾ ਹੈ, ਚੰਗੀ ਹਵਾ ਮਿਲ ਰਹੀ ਹੈ, ਸਾਫ਼ ਪਾਣੀ ਮਿਲ ਰਿਹਾ ਹੈ,
ਸੌਣ ਨੂੰ ਇਨਫ ਟਾਈਮ ਮਿਲ ਰਿਹਾ ਹੈ, ਆਈ ਥਿੰਕ ਦੈਟ ਇਜ਼ ਮੋਰ ਦੈਨ ਇਨਫ ਫॉर ਅ ਗੁੱਡ ਲਾਈਫ। ਜੋ ਮੀਨਸ ਬੰਦਾ ਮੋਸਟ ਆਫ ਦਾ ਟਾਈਮ ਉਹਦੇ ਲਈ ਭੱਜਦਾ ਰਹਿੰਦਾ ਹੈ ਕਿ ਕੋਈ ਜੋੜ ਕੇ ਰੱਖ ਲਈਏ ਆਪਾਂ, ਇਹ ਕਰ ਲਈਏ, ਸ਼ੋ ਆਫ ਕਰ ਲਈਏ, ਉਸ ਸਭ ਦਾ ਕੋਈ ਫਾਇਦਾ ਨਹੀਂ ਐਕਚੁਅਲੀ। ਲਾਈਫ ਵਿੱਚ ਆਪਾਂ ਨੂੰ ਕੀ ਚਾਹੀਦਾ ਹੈ? ਇੱਕ ਸੁਖਦ ਸ਼ਾਂਤ ਲਾਈਫ ਚਾਹੀਦੀ ਹੈ, ਇੱਕ ਫੈਮਿਲੀ ਚਾਹੀਦੀ ਹੈ। ਮੈਂ ਇਹ ਸਵਾਲ ਡਾਕਟਰ ਸਾਹਿਬ ਤੁਹਾਡੇ ਤੋਂ ਲੈਣਾ ਚਾਹੂੰਗਾ, ਕਿਉਂਕਿ ਬਹੁਤ ਸਾਰੇ ਲੋਕਾਂ ਦੀ ਸੋਚ ਦੇ ਵਿੱਚ ਤਬਦੀਲੀ ਆਈ। ਅਸੀਂ ਇਦਾਂ ਦੀਆਂ ਵੀਡੀਓਜ਼ ਵੀ ਦੇਖੀਆਂ, ਲੋਕਾਂ ਨੇ ਕੋਈ ਵੀ ਕਰੰਸੀ ਸੀਗੀ ਸੜਕਾਂ ਦੇ ਉੱਤੇ ਰੋੜ ਦਿੱਤੀ ਸੀਗੀ। ਹਰ ਪੇਸ਼ੇ ਦੇ ਵਿੱਚ ਹਰ ਕਿਰਦਾਰ ਦੇ ਲੋਕ ਹੁੰਦੇ ਆ, ਹਰ ਕਿਤੇ ਕੋਈ ਨਾ ਕਿਤੇ ਮੈਲ, ਕੋਈ ਗੰਦ ਜਾਂ ਕਿਸੇ ਤਰੀਕੇ ਦਾ ਕੂੜ ਭਰਿਆ ਹੋਇਆ ਸੀਗਾ। ਡਾਕਟਰਾਂ ਦੇ ਉੱਤੇ ਬਹੁਤ ਇਲਜ਼ਾਮ ਲੱਗਦੇ ਹੁੰਦੇ ਸੀਗੇ। ਇਸ ਤੋਂ ਪਹਿਲਾਂ ਦੀ ਗੱਲ ਕਰਦਾ ਕਿ ਬਹੁਤ ਸੀਰੀਅਸ ਕੇਸਿਸ ਦੇ ਉੱਤੇ ਡਾਕਟਰ ਛਿੱਲ ਲਾ ਲੈਂਦੇ ਆ, ਪੈਸੇ ਇਕੱਠੇ ਕਰ ਲੈਂਦੇ ਆ। ਕੁਝ ਉਸ ਸੋਚ ਦੇ ਅੰਦਰ ਵੀ ਤਬਦੀਲੀ ਆਈ ਇਸ ਵੇਵ ਤੋਂ ਬਾਅਦ, ਕਰੋਨਾ ਤੋਂ ਬਾਅਦ। ਹਾਂਜੀ, ਅਸੀਂ ਸਾਰਿਆਂ ਨੇ ਦੇਖਿਆ, ਪਬਲਿਕ ਨੇ ਬੜਾ ਸਾਥ ਦਿੱਤਾ ਲੋਕਾਂ ਦਾ। ਅਗਰ ਆਪਾਂ ਹਸਪਤਾਲਾਂ ਨੂੰ ਦੇਖੀਏ, ਦੇਖੋ ਕੁਝ ਲੋਕ ਤਾਂ ਹੋ ਸਕਦੇ ਆ ਜਿਹੜੇ ਇਸ ਤਰ੍ਹਾਂ ਦੇ, ਬਟ ਬਾਈ ਐਂਡ ਲਾਰਜ ਜਿਹੜੇ ਆਪਣੇ ਲੋਕ ਨੇ, ਖਾਸ ਕਰਕੇ ਪੰਜਾਬੀ ਲੋਕ ਨੇ, ਹਮੇਸ਼ਾ ਮਦਦ ਲਈ ਉਤਰੇ ਨੇ। ਸਾਡੀ ਮੈਨੇਜਮੈਂਟ ਨੇ, ਹਸਪੀਟਲ ਨੇ ਵੀ ਬਹੁਤ ਲੋਕਾਂ ਦੀ ਬਹੁਤ ਹੈਲਪ ਕੀਤੀ। ਕਿੰਨੇ ਹੀ ਮਰੀਜ਼ ਫ੍ਰੀ ਆਫ ਕੋਸਟ ਟ੍ਰੀਟ ਕੀਤੇ, ਕਈਆਂ ਨੂੰ ਬਹੁਤ ਡਿਸਕਾਊਂਟ ਦਿੱਤੇ। ਜਿਸ ਤਰ੍ਹਾਂ ਦੱਸਿਆ ਹੈ ਕਿ ਪੂਰੀ ਕੈਪਿੰਗ ਜਿਹੜੀ ਗਵਰਨਮੈਂਟ ਨੇ ਲਾਈ ਸੀ, ਬਿਲਕੁਲ ਉਸੇ ਤਰ੍ਹਾਂ ਹੀ ਇਲਾਜ ਕੀਤਾ। ਕੋਈ ਐਕਸਟਰਾ ਇਨਵੈਸਟੀਗੇਸ਼ਨ, ਐਕਸਟਰਾ ਟ੍ਰੀਟਮੈਂਟ ਇਹੋ ਜਿਹਾ ਕੁਝ ਨਹੀਂ ਹੋਇਆ। ਔਰ ਅਗਰ ਆਪਾਂ ਦੇਖੀਏ, ਸੰਸਥਾਵਾਂ ਹੋਰ ਵੀ ਹੈਗੀਆਂ, ਤੁਸੀਂ ਖਾਲਸਾ ਏਡ ਬਾਰੇ ਆਪਾਂ ਸੁਣਿਆ, ਉਹਨਾਂ ਨੇ ਕਿੰਨੀ ਮਦਦ ਕੀਤੀ, ਐਂਡ ਉਹ ਸਾਰੀ ਮਦਦ ਪੂਰੇ ਵਰਲਡ 'ਚ ਕਰ ਰਹੇ ਆ। ਸੋ ਅਸੀਂ ਉਹਨਾਂ ਦੇ ਥਰੂ ਵੀ ਕਈ ਮਰੀਜ਼ਾਂ ਦੀ ਮਦਦ ਲਈ। ਸੋ ਇਸ ਤਰ੍ਹਾਂ ਨਹੀਂ ਹੈ, ਲੋਕਾਂ ਦਾ ਡੈਫੀਨੇਟਲੀ ਜਿਹੜਾ ਮਾਨਸਿਕ ਸਤਰ 'ਤੇ ਉਹਨਾਂ 'ਚ ਚੇਂਜ ਆਈ ਹੈ। ਇਸ ਨੂੰ ਦੇਖਦੇ ਹੋਏ ਕਿ ਮਹਾਮਾਰੀ ਨੇ ਕਿੰਨਾ ਨੁਕਸਾਨ ਕੀਤਾ ਹੈ, ਕਿੰਨੀਆਂ ਜਾਨਾਂ ਗਈਆਂ। ਆਪਾਂ ਦੇਖਿਆ ਲੋਕਾਂ ਨੇ, ਇਹੋ ਜਿਹੇ ਲੋਕ ਵੀ ਆਏ ਜਿਨ੍ਹਾਂ ਨੇ ਲਾਸ਼ਾਂ ਨੂੰ ਚੁੱਕ ਕੇ ਉਹਨਾਂ ਦੇ ਸੰਸਕਾਰ ਕੀਤੇ, ਜਿਹੜੇ ਕਿ ਪਰਿਵਾਰ ਵਾਲੇ ਨਹੀਂ ਵੀ ਕਰ ਪਾਏ ਉਸ ਟਾਈਮ 'ਤੇ, ਕਿਉਂਕਿ ਉਦੋਂ ਡਰ ਹੀ ਇੰਨਾ ਸੀ, ਇੰਨਾ ਜ਼ਿਆਦਾ ਡਰ ਦਾ ਮਾਹੌਲ ਸੀ ਕਿ ਇਨਫੈਕਸ਼ਨ ਫੈਲੇਗੀ। ਗਵਰਨਮੈਂਟ ਦੀਆਂ ਗਾਈਡਲਾਈਨ ਸੀ। ਸੋ ਹਰ ਸਤਰ 'ਤੇ, ਚਾਹੇ ਉਹ ਇਲਾਜ ਪੱਖੋਂ ਹੋਵੇ, ਚਾਹੇ ਉਹ ਮਰੀਜ਼ ਦੇਖਣ ਦਾ ਹੋਵੇ। ਕਈ ਡਾਕਟਰਾਂ ਦੇ ਮਨਾਂ 'ਚ ਵੀ ਬਹੁਤ ਡਰ ਸੀ ਕਿ ਅਸੀਂ ਇਹ ਪੇਸ਼ੈਂਟ ਨਹੀਂ ਦੇਖ ਸਕਦੇ, ਪਰ ਇਹੋ ਜਿਹੇ ਡਾਕਟਰ ਵੀ ਆਪਾਂ ਦੇਖੇ ਹੈ ਜਿਨ੍ਹਾਂ ਨੇ ਦਿਨ ਰਾਤ ਇਹ ਮਰੀਜ਼ ਦੇਖੇ ਹੈ, ਖੁੱਲ੍ਹਮ ਖੁੱਲ੍ਹਾ ਓਪੀਡੀ ਦੇ ਵਿੱਚ ਮਰੀਜ਼ ਦੇਖੇ ਹੈ। ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ, ਆਪਣੀ ਫੈਮਿਲੀ ਦੀ ਪਰਵਾਹ ਕੀਤੇ ਬਿਨਾਂ ਅਸੀਂ ਇਹ ਮਰੀਜ਼ ਦਿਨ ਰਾਤ ਵੀ ਦੇਖੇ ਹੈ। ਇਸੇ ਗੱਲ ਦੇ ਵਿੱਚ ਇੱਕ ਸਵਾਲ ਡਾਕਟਰ ਸਾਹਿਬ ਤੋਂ ਮੈਂ ਲੈਣਾ ਚਾਹੂੰਗਾ। ਹਰ ਪੇਸ਼ੇ ਦੇ ਵਿੱਚ ਇੱਕ ਸਮਾਂ ਤੇ ਸੀਮਾ ਹੈਗੀ ਹੈ ਕਿ ਤੁਸੀਂ ਇੰਨੇ ਘੰਟੇ ਕੰਮ ਕਰਨਾ। ਬਹੁਤ ਸਾਰੇ ਇੱਦਾਂ ਦੇ ਲੋਕ ਸੀਗੇ ਜਿਨ੍ਹਾਂ ਨੇ ਕਿਹਾ ਕਿ ਨਹੀਂ, ਮੈਂ 24 ਘੰਟੇ ਇਸ ਚੀਜ਼ ਨੂੰ ਸਮਰਪਿਤ ਹਾਂ। ਡਾਕਟਰਸ ਦੇ ਅੰਦਰ ਵੀ ਇਹ ਚੀਜ਼ ਦੇਖੀ ਗਈ। ਉਹਨਾਂ ਨੇ ਕਿਹਾ ਕਿ ਵੀ ਅਸੀਂ ਨਹੀਂ, ਸਾਡੀ 8 ਘੰਟੇ ਜੇਕਰ ਡਿਊਟੀ ਹੈ, ਅਸੀਂ 8 ਘੰਟੇ ਨਹੀਂ, ਅੱਜ ਤਾਂ 16 ਘੰਟੇ ਅਸੀਂ ਕੰਮ ਕਰਾਂਗੇ, ਕਿਉਂਕਿ ਅਸੀਂ ਦੁਨੀਆ ਨੂੰ ਬਚਾਉਣਾ, ਲੋਕਾਂ ਨੂੰ ਬਚਾਉਣਾ। ਸਾਡੇ ਉੱਤੇ ਲੋਕ ਰੱਬ ਜਿੰਨਾ ਵਿਸ਼ਵਾਸ ਕਰਦੇ। ਇਹ ਗੱਲ ਸਹੀ ਹੈ। ਬੇਸਿਕਲੀ ਕੀ ਹੈ ਕਿ ਵੀ ਅਸੀਂ ਐਜ਼ ਅ ਪ੍ਰੋਫੈਸ਼ਨਲ ਅਸੀਂ ਕਦੇ ਇਹ ਨਹੀਂ ਸੋਚਿਆ ਕਿ ਵੀ ਅਸੀਂ 8 ਘੰਟੇ ਡਿਊਟੀ ਕਰਨੀ ਆ ਜਾਂ ਇੰਨਾ ਸਾਡਾ ਲਿਮਿਟ ਹੈ। ਕਦੇ ਸਾਡੇ ਦਿਮਾਗ 'ਚ ਕਦੇ ਇਹ ਗੱਲ ਨਹੀਂ ਆਉਂਦੀ, ਨਾ ਆਈ ਹੈ। ਅਤੇ ਸਾਡੇ ਵਾਸਤੇ ਪੇਸ਼ੈਂਟ ਹੈ, ਡਾਕਟਰ ਪੇਸ਼ੈਂਟ ਰਿਲੇਸ਼ਨਸ਼ਿਪ ਬਹੁਤ ਹੀ ਡਿਫਰੈਂਟ ਰਿਲੇਸ਼ਨ ਹੁੰਦਾ ਹੈਗਾ। ਅਤੇ ਜਿੰਨੀ ਦੇਰ ਤੱਕ ਸਾਡਾ ਪੇਸ਼ੈਂਟ ਠੀਕ ਨਹੀਂ ਹੁੰਦਾ, ਉਨੀ ਦੇਰ ਤੱਕ ਸਾਨੂੰ ਚੈਨ ਨਹੀਂ ਆਉਂਦੀ। ਅਸੀਂ ਦਿਨ ਰਾਤ ਉਹਨਾਂ ਦੇ ਬਾਰੇ, ਪੇਸ਼ੈਂਟ ਦੇ ਬਾਰੇ ਸੋਚਦੇ ਰਹਿੰਦੇ ਆ। ਕੋਈ ਇਨਵੈਸਟੀਗੇਸ਼ਨ ਕਿਹੜਾ ਰਹਿ ਗਿਆ, ਕੋਈ ਹੋਰ ਕਰਨ ਵਾਲਾ ਇਨਵੈਸਟੀਗੇਸ਼ਨ, ਕੋਈ ਮੈਡੀਸਿਨ ਉਹਨਾਂ ਨੂੰ ਪ੍ਰੋਪਰ ਦੇ ਸਕੀਏ, ਕੋਈ ਹੋਰ ਅਗਲਾ ਸਟੈਪ ਲੈ ਸਕੀਏ ਕਿ ਪੇਸ਼ੈਂਟ ਠੀਕ ਹੋ ਸਕੇ, ਠੀਕ ਹੋ ਜਾਵੇ। ਉਸ ਤਰ੍ਹਾਂ ਦਾ ਆਪਣੇ ਦਿਮਾਗ 'ਚ ਹਮੇਸ਼ਾ ਘੁੰਮਦੀ ਰਹਿੰਦੀ ਹੈ। ਮਤਲਬ ਇਦਾਂ ਦਾ ਜਨੂਨ ਜਜ਼ਬਾ ਲੈ ਕੇ ਕੰਮ ਜਿਹੜਾ ਚੱਲਦਾ। ਦੂਸਰਾ ਹੈਗਾ ਕਿ ਸਾਨੂੰ ਇਹ ਨਹੀਂ ਕਿ ਵੀ ਅਸੀਂ 8 ਘੰਟੇ ਕੰਮ ਕਰਨਾ ਹੈਗਾ। ਅਸੀਂ ਜਿੰਨਾ 24 ਘੰਟੇ ਵੀ ਆਪੇ ਕਰੀਏ, ਸਾਡੇ ਪਰਿਵਾਰ ਵਾਲੇ ਸਾਡਾ ਸਾਥ ਪੂਰਾ ਦਿੰਦੇ ਨੇ। ਸਾਡੇ ਕਦੇ ਇਹਨਾਂ ਨੇ, ਕਿਸੇ ਵੀ ਪਰਿਵਾਰ ਦੇ ਮੈਂਬਰ ਨੇ ਕਦੇ ਨਹੀਂ ਇਹ ਕਿਹਾ ਕਿ ਵੀ ਤੁਸੀਂ ਖਾਲੀ ਕੰਮ ਹੀ ਕਰੀ ਜਾ ਰਹੇ ਹੋ, ਘਰ ਦਾ ਵਾਸਤੇ ਕੁਝ ਦੇਖ ਨਹੀਂ ਰਹੇ। ਕੋਈ ਇਸ ਤਰ੍ਹਾਂ ਦਾ ਇਹੀ ਚੀਜ਼ਾਂ ਸੀਗੀਆਂ ਜਿਹੜੀਆਂ ਕਿ ਸਭ ਤੋਂ ਵੱਡੀ ਰਹੀਆਂ। ਇਹਨਾਂ ਚੀਜ਼ਾਂ ਨੇ ਹੀ ਸਾਡੇ ਬਹੁਤ ਸਾਰੇ ਲੋਕਾਂ ਦੀਆਂ, ਮੈਨੂੰ ਲੱਗਦਾ, ਜ਼ਿੰਦਗੀਆਂ ਬਚਾਈਆਂ। ਪਰ ਫਿਰ ਵੀ ਉਹਨਾਂ ਦੇ ਲਈ ਸਜਦਾ, ਉਹਨਾਂ ਨੂੰ ਸ਼ਰਧਾਂਜਲੀ ਹੈ ਜਿਹੜੇ ਲੋਕ ਤੁਰ ਗਏ, ਹਮੇਸ਼ਾ ਲਈ ਸਾਡੇ ਤੋਂ ਨਿਖੜ ਗਏ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਤੁਸੀਂ ਆਏ, ਅਸੀਂ ਤੁਹਾਡੇ ਮਸ਼ਕੂਰ ਹਾਂ। ਸੋ ਇਹ SPS ਹਸਪੀਟਲ ਡਾਕਟਰਸ ਦੀ ਟੀਮ ਸੀਗੀ, ਜਿਨ੍ਹਾਂ ਦੇ ਵੱਖ ਵੱਖ ਤਜਰਬੇ ਸੀਗੇ, ਜਿਨ੍ਹਾਂ ਨਾਲ ਗੱਲਬਾਤ ਤੁਸੀਂ ਸੁਣ ਰਹੇ ਸੀਗੇ।